DTO खत्म किए तो RTA बनाते उन्होंने दे नाल इन्होंने SDM नूं पावरां देतियां कि बसां जिहड़ियां वो चैक करनगे भी स्पैशल बस कोई ना चले। लेकिन असीं पुछना चाहुंदे भी किन्ने SDM ने किन्नियां गड्डियां चैक कीतियां? मेरा ख्याल है भी किसी SDM ने कोई गड्डी चैक नहीं की। जलंधर तो अमृतसर मोनोपली रूट है, उत्थे मतलब जिहड़ी प्राइवेट ट्रांसपोर्ट नहीं चल सकती, उत्थे STU चल सकती है, हरियाणा रोडवेज होवे, पंजाब रोडवेज होवे, पनबस होवे, PRTC होवे, CTU होवे, हिमाचल रोडवेज होवे, वो चल सकती है। लेकिन उत्थे गैर कानूनी तौर पर प्यार बस और बाबा बुढ़ा बस हर 7 मिनट बाद जी बस निकली अमृतसर तो और PAP चों, कोई रोकने वाला नहीं है। पिछली सरकार ने तो क्योंकि खुद ट्रांसपोर्ट सी उन्होंने बनाने की सी, इन्हां नूं 4 साल हो गए, ये अज तक साडे टाइम टेबल नहीं बना सके। मसला जिहड़ा ट्रांसपोर्ट माफिया का किन्ने सालों तो चल रहा है? बड़ी देर तो चल रहा जी, अज तो नहीं, पिछली 10 साल का मतलब कही नहीं सकते भी अपने नाल क्या कुछ होया। उदों तो मतलब ये सीगा कि लक्की ने जो फोन करता GM नूं भी आ डब वाली जांदी गड्डी बंद कर दे, बंद। इन्हां दी गड्डियां चलदियां रहियां, टाइम टेबलों के विच आपां टाइम टेबल ले लीए, इन्हां दी गड्डियां 40-40 मिनट तो रोडवेज की गड्डी 2 मिनट नहीं लाउण दिंदे। इन्हां दी गड्डियां चलदियां रहियां, टाइम टेबलों के विच आपां टाइम टेबल ले लीए, इन्हां दी गड्डियां 40-40 मिनट तो रोडवेज की गड्डी 2 मिनट नहीं लाउण दिंदे। 3-4 दिन पहला एक मीटिंग हुई है, शायद 4 तरीक ਨੂੰ मीटिंग हुई है। लगता कि हुण चोणां तो पहला, क्योंकि चोणां तो पहला ही सरकारां जिहड़ियां काम करदियां ने, नौकरियां भी दिंदियां ने, लगता तुहाडीਆਂ ਮੰਗਾਂ ਮੰਨੀਆਂ ਜਾ ਸਕਦੀਆਂ। ਚੋਣਾਂ ਤੋਂ ਪਹਿਲਾਂ ਜਿਹੜੀ ਉਹ ਲਾਗੂ ਕਰਨ ਵਾਲੇ ਪਾਸੇ ਆ, ਪਰ ਇੱਕ ਮੋਨਟੇਕ ਸਿੰਘ ਆਹਲੂਵਾਲੀ ਦੀ ਰਿਪੋਰਟ ਲਿਆਂਦੀ ਗਈ ਪਹਿਲੋਂ, ਜਿਹਦੇ ਤਹਿਤ ਸਾਰੇ ਵਿਭਾਗਾਂ ਦੀਆਂ ਪ੍ਰਮਾਣਿਤ ਅਸਾਮੀਆਂ ਖਤਮ ਕੀਤੀਆਂ ਗਈਆਂ ਕਿ ਕਿਸੇ ਵਿਭਾਗ 'ਚ ਜਿੰਨੀਆਂ ਹੁਣ ਮੌਜੂਦਾ ਅਸਾਮੀਆਂ ਚੱਲਦੀਆਂ ਉਨੀਆਂ ਰਹਿਣ ਦਿਓ। ਪ੍ਰਮਾਣਿਤ ਅਸਾਮੀਆਂ ਜਿਵੇਂ ਅਸੀਂ ਬਿਜਲੀ ਬੋਰਡ ਦੀ ਗੱਲ ਕਰੀਏ ਤਾਂ ਲਗਭਗ 41,000-40,000 ਅਸਾਮੀਆਂ ਖਤਮ ਕਰਤੀਆਂ। ਜਿਹੜੀ ਮੰਤਰੀ ਮੰਡਲ ਦੀ ਸਬ ਕਮੇਟੀ ਹੈ ਉਹ ਵੀ ਅੱਖਾਂ ਪੂੰਝਣ ਵਾਲੀਆਂ ਗੱਲਾਂ ਕਰੇਗੀ, ਕੋਈ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਰੁਜ਼ਗਾਰ ਦੇ ਦੇਗੀ, ਨੌਜਵਾਨਾਂ ਨੂੰ ਪੱਕੇ ਕਰ ਦੇਗੀ? ਬਿਲਕੁਲ ਨਹੀਂ ਜੀ, ਅਸੀਂ ਕਿਉਂਕਿ ਤ੍ਰਿਪਤਿੰਦਰ ਬਾਜਵਾ ਜੀ ਨਾਲ, ਬ੍ਰਹਮਿੰਦਰਾ ਜੀ ਨਾਲ, ਮਨਪ੍ਰੀਤ ਜੀ ਨਾਲ ਤੇ ਚਰਨਜੀਤ ਚੰਨੀ ਜੀ ਨਾਲ ਅਸੀਂ ਸਾਰੀ ਕਮੇਟੀ ਨਾਲ ਵਾਰ-ਵਾਰ ਮੀਟਿੰਗ ਕਰ ਚੁੱਕੇ ਹਾਂ। ਨਾ ਉਹ ਕਮੇਟੀ ਸਾਡੇ ਕਿਸੇ ਮੁਲਾਜ਼ਮ ਨੂੰ ਬੁਲਾ ਕੇ ਉਹਨਾਂ ਦਾ ਦੁੱਖ ਸੁਣਨ ਨੂੰ ਤਿਆਰ ਆ ਕਿ ਤੁਹਾਡੀਆਂ ਮੰਗਾਂ ਕੀ ਨੇ, ਤੁਸੀਂ ਕਿਹੜੇ ਤਰੀਕੇ ਨਾਲ ਭਰਤੀ ਹੋਏ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਉਹ ਕਹਿੰਦੇ ਸਾਨੂੰ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਵਿਭਾਗ ਕੋਲ ਤਾਂ ਠੇਕੇ ਤੇ ਜਾਂ ਆਊਟਸੋਰਸਿੰਗ ਤੇ ਮੁਲਾਜ਼ਮ ਕੰਮ ਹੀ ਨਹੀਂ ਕਰਦੇ ਹੈਗੇ, ਨਹੀਂ ਕਿਸੇ ਵਿਭਾਗ 'ਚ। ਪਨਬਸ ਅਤੇ ਪੰਜਾਬ ਰੋਡ ਵਿੱਚ ਠੇਕੇਦਾਰੀ ਸਿਸਟਮ ਲਾਗੂ ਹੋਣ ਕਾਰਨ ਜਿੱਥੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉੱਥੇ ਸਰਕਾਰ ਦਾ ਪੈਸਾ ਵੀ ਖਰਾਬ ਕੀਤਾ ਜਾ ਰਿਹਾ ਹੈ। ਮੰਗ ਉੱਠੀ ਹੈ ਕਿ ਪਨਬਸ ਤੇ ਪੰਜਾਬ ਰੋਡਵੇਜ਼ ਦੇ ਵਿੱਚ ਤੇ ਹੋਰਨਾਂ ਮਹਿਕਮਿਆਂ ਵਿੱਚ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਤੇ ਜਿਹੜੇ ਵਿਚੋਲੀਏ ਨੇ, ਜਿਸ ਤਰ੍ਹਾਂ ਹੁਣ ਕਿਸਾਨਾਂ ਦੇ ਮਾਮਲਾ ਚੱਲ ਰਿਹਾ, ਸਰਕਾਰ ਕਹਿ ਰਹੀ ਹੈ ਕਿ ਵਿਚੋਲੀਆਂ ਕਾਰਨ ਅਸੀਂ ਕਾਨੂੰਨ ਲਿਆਂਦਾ, ਕਿਸਾਨ ਮੰਨ ਨਹੀਂ ਰਹੇ, ਪਰ ਇੱਥੇ ਵਿਚੋਲੀਏ ਜ਼ਰੂਰ ਨੇ। ਕਿਸਾਨ ਮੰਨਦੇ ਨੇ ਕਿ ਵਿਚੋਲੀਏ ਹੈ ਨਹੀਂ, ਪਰ ਪੰਜਾਬ ਰੋਡਵੇਜ਼ ਦੇ ਵਿੱਚ ਵਿਚੋਲੀਏ ਹੈਗੇ ਨੇ ਜੋ ਮੋਟੀ ਕਮਾਈ ਕਰਦੇ ਨੇ। ਅਫਸਰਾਂ ਦੀ ਮਿਲੀ ਭੁਗਤ ਨਾਲ ਸਾਰਾ ਇਹ ਮਾਫੀਆ ਚੱਲਦਾ। ਸਾਡੇ ਨਾਲ ਨੇ ਮੰਗਤ ਖਾਨ ਜੋ ਪੰਜਾਬ ਰੋਡਵੇਜ਼ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਕੀ ਮਸਲਾ ਤੁਹਾਡਾ? ਮੇਨ ਮਸਲਾ ਸਾਡਾ ਇਹੀ ਹੈ ਜੀ ਕਿ ਪੰਜਾਬ ਰੋਡਵੇਜ਼ ਜਿਹੜਾ ਹੀ ਹੈਗੀ ਹੈ, ਪੰਜਾਬ ਸਰਕਾਰ ਨੇ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਗੱਲ ਕੀਤੀ ਸੀ। ਅਸੀਂ ਤੁਹਾਡੇ ਰਾਹੀਂ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਉਹ ਟਰਾਂਸਪੋਰਟ ਮਾਫੀਆ ਜਿਹੜਾ ਉਹ ਕਿੰਨਾ ਖਤਮ ਕੀਤਾ। ਇੱਕ ਪੂਣੀ ਵੀ ਨਹੀਂ ਕੱਤੀ, ਹਾਲਾਂਕਿ ਇਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਇਹਨਾਂ ਨੇ ਜਿਹੜਾ 2012-16 ਦਾ ਹਾਈ ਕੋਰਟ ਦਾ ਫੈਸਲਾ ਸੀ ਉਹਨੂੰ ਇਹ ਲਾਗੂ ਕਰ ਦਿੰਦੇ ਤਾਂ ਮਤਲਬ ਜਿਹੜਾ ਇਹਨਾਂ ਨੂੰ ਪੋਲੀਟੀਕਲ ਗੇਨ ਵੀ ਪੂਰਾ ਹੁੰਦਾ ਔਰ ਪੰਜਾਬ ਦੀ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹ ਵੀ ਬਚੀ ਰਹਿੰਦੀ। ਲੇਕਿਨ ਕੁਝ ਵੀ ਨਹੀਂ ਹੋਇਆ। ਇਹਨਾਂ ਨੇ ਪਹਿਲਾਂ ਸੁਸਾਇਟੀਆਂ ਖਤਮ ਕਰਨ ਦੀ ਵੀ ਗੱਲ ਕੀਤੀ ਵੀ ਸੁਸਾਇਟੀਆਂ ਖਤਮ ਕਰ ਦਿੱਤੀਆਂ, ਲੇਕਿਨ ਉਹ ਸੁਸਾਇਟੀਆਂ ਖਤਮ ਨਹੀਂ ਹੋਈਆਂ। DTO ਖਤਮ ਕੀਤੇ ਤੇ RTA ਬਣਾਤੇ, ਉਹਨਾਂ ਦੇ ਨਾਲ ਇਹਨਾਂ ਨੇ SDM ਨੂੰ ਪਾਵਰਾਂ ਦੇਤੀਆਂ ਕਿ ਬੱਸਾਂ ਜਿਹੜੀਆਂ ਉਹ ਚੈੱਕ ਕਰਨਗੇ ਵੀ ਸਪੈਸ਼ਲ ਬੱਸ ਕੋਈ ਨਾ ਚੱਲੇ। ਲੇਕਿਨ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਿੰਨੇ SDM ਨੇ ਕਿੰਨੀਆਂ ਗੱਡੀਆਂ ਚੈੱਕ ਕੀਤੀਆਂ? ਮੇਰਾ ਖਿਆਲ ਹੈ ਵੀ ਕਿਸੇ SDM ਨੇ ਕੋਈ ਗੱਡੀ ਚੈੱਕ ਨਹੀਂ ਕੀਤੀ। ਸ਼ਰੇਆਮ ਜਿਹੜੀ ਸਪੈਸ਼ਲ ਟਰਾਂਸਪੋਰਟ ਹੈ ਉਸ ਤਰ੍ਹਾਂ ਹੀ ਚੱਲ ਰਹੀ ਹੈ। ਜਲੰਧਰ ਤੋਂ ਅੰਮ੍ਰਿਤਸਰ ਮੋਨੋਪਲੀ रूट है, उत्थे मतलब जिहड़ी प्राइवेट ट्रांसपोर्ट नहीं चल सकती, उत्थे STU चल सकती है, हरियाणा रोडवेज होवे, पंजाब रोडवेज होवे, पनबस होवे, PRTC होवे, CTU होवे, हिमाचल रोडवेज होवे, वो चल सकती है। लेकिन उत्थे गैर कानूनी तौर पर प्यार बस और बाबा बुढ़ा बस हर 7 मिनट बाद जी बस निकली अमृतसर तो और PAP चौंक तो, कोई रोकने वाला नहीं है।
ਕਿੰਨੀ ਵਾਰ ਅਸੀਂ ਮਤਲਬ ਇਹ ਕਹਿ ਚੁੱਕੇ ਹਾਂ ਕਿ ਆ ਜਿਹੜੀ ਸਪੈਸ਼ਲ ਟਰਾਂਸਪੋਰਟਾਂ ਨੂੰ ਰੋਕੋ। ਇਹ ਮਤਲਬ ਦੋ ਪਾਸੇ ਨੂੰ ਮਤਲਬ ਜਿਹੜਾ ਰਗੜਾ ਸਰਕਾਰ ਨੂੰ ਲਾ ਰਹੀ ਹੈ ਨਾ ਉਹ ਜਿਹੜੀ ਸਪੈਸ਼ਲ ਟਰਾਂਸਪੋਰਟ ਦਾ ਕੀ ਮਤਲਬ ਲੈਂਦੇ ਹੋ ਤੁਸੀਂ? ਆਪਣਾ ਨਾਂ ਰੱਖਿਆ ਕਿ ਸਰਕਾਰ ਵੱਲੋਂ ਸਪੈਸ਼ਲ ਟਰਾਂਸਪੋਰਟ ਦੀ ਕੋਈ ਨੀਤੀ ਹੈ? ਸਪੈਸ਼ਲ ਦਾ ਮਤਲਬ ਇਹ ਹੈਗਾ ਜੀ, ਨਾ ਉਹਨਾਂ ਕੋਲ ਕੋਈ ਪਰਮਿਟ ਹੈ, ਨਜਾਇਜ਼ operation ਨਾ ਉਹਨਾਂ ਸਹੀ ਕੋਲ ਕੋਈ ਟਾਈਮ ਟੇਬਲ ਹੈ, ਉਹ ਨਜਾਇਜ਼ ਚੱਲਦੀਆਂ ਨੇ। ਨਾ ਉਹ ਸਰਕਾਰ ਨੂੰ ਕੋਈ ਮਤਲਬ ਟੈਕਸ ਦਿੰਦੀਆਂ ਨੇ ਤੇ ਨਾ ਉਹ ਜਿਹੜਾ ਮਤਲਬ ਦੂਜੇ ਪਾਸੇ ਰਗੜਾ ਜਿਹੜਾ ਪਬਲਿਕ ਟਰਾਂਸਪੋਰਟ ਲਾ ਰਹੀਆਂ, ਜਿੰਨੀਆਂ ਸਵਾਰੀਆਂ ਉਹ ਲਿਆ ਰਹੀਆਂ। ਹਾਲਾਂਕਿ ਉਹਨਾਂ ਨੇ ਪਬਲਿਕ ਟਰਾਂਸਪੋਰਟ 'ਚ ਆਉਣਾ ਹੁੰਦਾ, ਲੇਕਿਨ ਉਹ ਮਤਲਬ ਦੋ ਪਾਸੇ ਨੂੰ ਰਗੜਾ ਲਾ ਰਹੀਆਂ, ਸਰਕਾਰ ਕੋਈ ਰੋਕ ਨਹੀਂ ਰਹੀ ਉਹਨੂੰ। ਇਹ ਸਿਲਸਿਲਾ ਜਿਹੜਾ ਟਰਾਂਸਪੋਰਟ ਮਾਫੀਆ ਦਾ ਕਿੰਨੇ ਕੁ ਸਾਲਾਂ ਤੋਂ ਚੱਲ ਰਿਹਾ ਹੈ? ਬੜੀ ਦੇਰ ਤੋਂ ਚੱਲ ਰਿਹਾ ਜੀ, ਅੱਜ ਤਾਂ ਨਹੀਂ, ਪਿਛਲੀ 10 ਸਾਲ ਤਾਂ ਮਤਲਬ ਕਹਿ ਨਹੀਂ ਸਕਦੇ ਵੀ ਆਪਾਂ ਦੇ ਨਾਲ ਕਿਆ ਕੁਝ ਹੋਇਆ। ਉਦੋਂ ਤਾਂ ਮਤਲਬ ਇਹ ਸੀਗਾ ਕਿ ਲੱਕੀ ਨੇ ਜੇ ਫੋਨ ਕਰਤਾ ਜੀਐਮ ਨੂੰ ਵੀ ਆਹ ਡੱਬ ਵਾਲੀ ਜਾਂਦੀ ਗੱਡੀ ਬੰਦ ਕਰ ਦੇ, ਬੰਦ। ਇਹ ਸਾਈਡ ਨੂੰ ਸਾਡੀਆਂ ਗੱਡੀਆਂ ਜਿਹੜੀਆਂ 60% ਤਕਰੀਬਨ ਚੱਲੀਆਂ ਹੀ ਨਹੀਂ ਹੈ। ਇਹਨਾਂ ਦੀਆਂ ਗੱਡੀਆਂ ਚੱਲਦੀਆਂ ਰਹੀਆਂ। ਟਾਈਮ ਟੇਬਲਾਂ ਦੇ ਵਿੱਚ ਆਪਾਂ ਟਾਈਮ ਟੇਬਲ ਲੈ ਲਈਏ, ਇਹਨਾਂ ਦੀ ਗੱਡੀਆਂ ਨੂੰ 40-40 ਮਿੰਟ ਤੇ ਰੋਡਵੇਜ਼ ਦੀ ਗੱਡੀ ਨੂੰ 2 ਮਿੰਟ ਨਹੀਂ ਲਾਉਣ ਦਿੰਦੇ। ਉਹ ਟਾਈਮ ਟੇਬਲ ਜਿਹੜੇ ਆ ਉਹਨਾਂ ਵਾਸਤੇ ਵੀ ਅਸੀਂ ਹਰ ਵਾਰ ਸੰਘਰਸ਼ ਕਰ ਰਹੇ ਹਾਂ ਕਿ ਟਾਈਮ ਟੇਬਲ ਜਿਹੜੇ ਠੀਕ ਕੀਤੇ ਜਾਣ, ਲੇਕਿਨ 4 ਸਾਲ ਬੀਤ ਗਏ, ਇਹ ਸਰਕਾਰ ਨੇ ਇੱਕ ਵੀ ਟਾਈਮ ਟੇਬਲ ਜਿਹੜਾ ਉਹ ਠੀਕ ਨਹੀਂ ਕੀਤਾ ਹੈ। ਕੈਪਟਨ ਸਰਕਾਰ ਦੀ ਕੀ ਮਜਬੂਰੀ ਆ ਕਿ ਜਿਹੜਾ ਟਰਾਂਸਪੋਰਟ ਮਾਫੀਆ ਪਹਿਲਾਂ ਦੀ ਤਰ੍ਹਾਂ ਜਾਰੀ ਆ, ਕਿਉਂਕਿ ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗਦਾ। ਤੁਹਾਡੇ ਕੋਲ ਜੇ ਅੰਕੜੇ ਹੋਣ ਤੇ ਕਿੰਨਾ ਕੁ ਚੂਨਾ ਲੱਗਦਾ ਟੈਕਸ ਨੂੰ, ਜਾਂ ਹੋਰ ਜਿਸ ਤਰ੍ਹਾਂ ਪੰਜਾਬ ਰੋਡਵੇਜ਼ ਘਾਟੇ 'ਚ ਕਿੰਨਾ ਕੁ ਘਾਟੇ 'ਚ ਚੱਲ ਰਹੀ ਹੈ? ਜਦੋਂ ਇਹ ਸਰਕਾਰ ਬਣੀ ਹੈ, ਕੈਪਟਨ ਸਾਹਿਬ ਦੀ ਸਰਕਾਰ ਬਣੀ ਹੈ, ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੀ ਆਮਦਨ ਵੱਧ ਗਈ ਰੋਡਵੇਜ਼ ਤੇ ਪੀਆਰਟੀਸੀ ਦੀ। ਸਾਡੀ ਰੋਡਵੇਜ਼ ਦੀ 40 ਲੱਖ ਡੇਲੀ ਦੀ ਆਮਦਨ ਜਿਹੜੀ ਆ ਉਹ 2-3 ਦਿਨਾਂ 'ਚ ਵੱਧ ਸੀ ਜਦੋਂ ਸਰਕਾਰ ਬਣੀ ਹੈ। ਕਿਉਂਕਿ 2002 ਤੋਂ 7 ਤੱਕ ਕੈਪਟਨ ਸਾਹਿਬ ਨੇ ਬੜੀ ਵਧੀਆ ਸਰਕਾਰ ਚਲਾਈ ਹੈ। ਸਾਰੇ ਲੋਕ ਡਰ ਗਏ, ਨਾ ਕਿਸੇ ਇਹਨਾਂ ਨੇ ਮੰਤਰੀ ਨੂੰ ਕਰਪਸ਼ਨ ਕਰ ਦਿੱਤੀ ਤੇ ਨਾ ਕਿਸੇ ਹੋਰ ਨੂੰ ਕਰਨ ਦਿੱਤੀ। ਲੇਕਿਨ ਉਹ ਤੋਂ ਬਾਅਦ ਇਸ ਵਾਰ ਜਿਹੜੀ ਹੈਗੀ ਹੈ ਉਹ ਕੈਪਟਨ ਸਾਹਿਬ ਚੁੱਪ ਕਰਕੇ ਸੁੱਤੇ ਨੇ, ਕੋਈ ਕੰਮ ਨਹੀਂ ਕੀਤਾ। ਉਦੋਂ ਬਾਅਦ ਫਿਰ ਸਰਕਾਰ ਦੇ ਜਿਹੜਾ ਹੌਲਾ ਉਹ ਸਾਰੀ ਟਰਾਂਸਪੋਰਟ ਜਿਹੜੀ ਉਹ ਚੱਲਣ ਲੱਗੀ। ਇੱਥੇ ਲੈ ਲਈਏ ਆਹ ਸਿੰਡੀਕੇਟ ਦੀ ਗੱਲ, ਆਪਣੇ ਕੋਲ ਨੇ ਸਿੰਡੀਕੇਟ ਵਾਲੇ। ਸਿੰਡੀਕੇਟ ਹਾਈ ਕੋਰਟ 'ਚੋਂ ਕੇਸ ਹਾਰ ਗਏ, ਇਹਨਾਂ ਦੀਆਂ ਬੱਸਾਂ ਜਿਹੜੀਆਂ ਚੰਡੀਗੜ੍ਹ ਆਉਣੀਆਂ ਬੰਦ ਹੋ ਗਈਆਂ। ਉਹ ਤੋਂ ਬਾਅਦ ਇਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਦੇ ਨਾਲ ਸਰਕਾਰ ਨੇ ਐਗਰੀਮੈਂਟ ਕੀਤਾ ਹੋਇਆ, 1966 ਤੋਂ ਪਹਿਲਾਂ ਦੇ ਜਿਹੜੇ ਪਰਮਿਟ ਹੈ ਇਹ ਆਪਰੇਟ ਕਰ ਸਕਦੇ ਨੇ। ਓਕੇ, ਇਹਨਾਂ ਨੇ 1966 ਦੇ ਪਰਮਿਟ ਜਿਹੜੇ ਅਸੀਂ ਕਿਹਾ ਵੀ ਚਲੋ ਇਹਨਾਂ ਨੇ ਆਪਰੇਟ ਕਰਨੇ ਆ, ਲੇਕਿਨ 1966 ਦਾ ਇਹਨਾਂ ਦਾ ਕੋਈ ਮਤਲਬ ਨਹੀਂ ਰਿਹਾ। ਇਹਨਾਂ ਨੇ ਸਾਰੀ ਸਿੰਡੀਕੇਟ ਜਿਹੜੀ ਉਹ ਚੰਡੀਗੜ੍ਹ ਤੋਂ ਆਪਰੇਟ ਕਰਨੀ ਸ਼ੁਰੂ ਕਰਤੀ ਇਹਨਾਂ ਦੀ ਮਿਲੀ ਭੁਗਤ ਨਾਲ। ਹਾਲਾਂਕਿ ਉਹਨਾਂ ਦੇ 66 ਦੇ ਜਿਹੜੇ ਪਰਮਿਟ ਹੈ ਸਾਡੇ ਕੋਲ ਪਏ ਆ, ਮੈਂ ਹੁਣ ਵੀ ਹੈਗੇ ਆ, ਸਰਕਾਰ ਉਹਦਾ ਫੈਸਲਾ ਪਿਆ ਸੁਪਰੀਮ ਕੋਰਟ ਦਾ। ਉਹਨਾਂ ਨੂੰ ਮਤਲਬ ਹਾਈ ਕੋਰਟ ਦੇ ਵਿੱਚ ਜਿਹੜੇ ਇਹਨੇ ਮਾਲਕਾਂ ਨੇ ਐਫੀਡੈਵਿਟ ਦਿੱਤਾ ਵੀ ਮੇਰੇ ਕੋਲ 66 ਤੋਂ ਪਹਿਲਾਂ ਦੇ ਇਹ ਪਰਮਿਟ ਨੇ, ਅਸੀਂ ਕਿਉਂ ਆਪਰੇਟ ਕਰ ਲਓ। ਲੇਕਿਨ ਨਹੀਂ, ਸਾਡੇ ਜਿਹੜੇ ਮੁਲਾਜ਼ਮ ਹੈ ਉਹ ਗੱਡੀਆਂ ਰੋਕਦੇ ਵੀ ਰਹੇ, ਲੇਕਿਨ ਕਿਸੇ ਨੇ ਮਤਲਬ ਉਹਨਾਂ ਨੂੰ ਧੱਕੇ ਦੇ ਨਾਲ ਆ ਜਿਹੜਾ ਦਿਲਰਾਜ ਸਿੰਘ STC ਲੱਗਿਆ ਸੀ, ਇਹਨਾਂ ਨੂੰ ਕਿਹਾ ਸੈਕਟਰੀ ਨੇ ਵੀ ਪਰਮਿਟ ਦਿਖਾ ਦਿਓ, ਕੋਈ ਪਰਮਿਟ ਨਹੀਂ ਦਿਖਾਏ। ਜੇ ਪੁੱਛਦੇ ਆ STA ਨੂੰ, ਚੰਡੀਗੜ੍ਹ ਵਾਲੇ ਨੂੰ ਕਿ ਤੁਸੀਂ ਪਰਮਿਟ ਦੇਖੇ, ਕਹਿੰਦਾ ਨਾ ਜੀ ਮੈਨੂੰ ਤਾਂ ਜੋ RTO ਪਟਿਆਲਾ ਨੇ ਲਿਖ ਕੇ ਦਿੱਤਾ ਮੈਂ ਤਾਂ ਉਹ ਪਰਮਿਟ ਪਾ ਦਿੱਤੇ। ਜੇ RTO ਪਟਿਆਲਾ ਨੂੰ ਦੇਖਦੇ ਆ ਸਾਨੂੰ ਸ਼ਰਮ ਨਹੀਂ ਆਉਂਦੀ। ਅਸੀਂ ਤਾਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਅਧਿਕਾਰੀ ਹੈ ਕਿ ਇਹਨਾਂ ਨੂੰ ਪਰਮਿਟ ਨਹੀਂ ਦੇਖਣੇ ਆਉਂਦੇ, ਇਹ ਦੇਖਣ ਵੀ ਸਾਡੇ ਕੋਲ ਤਰੀਆਂ ਦੇ ਪਹਿਲਾਂ ਪਰਮਿਟ ਹੈ। ਇੱਕ ਸਵਾਰੇ ਨਾਲ ਵੀ ਧੋਖਾਧੜੀ ਕੀਤੀ ਜਾਂਦੀ ਆ। ਬਾਹਰਲੇ ਸ਼ਹਿਰਾਂ ਤੋਂ, ਅੰਮ੍ਰਿਤਸਰੋਂ, ਲੁਧਿਆਣਾ, ਪਟਿਆਲਾ, ਕਿਹਾ ਜਾਂਦਾ ਕਿ ਚੰਡੀਗੜ੍ਹ ਲਾ ਦਿੰਦੇ ਨੇ ਮਹਾਲੀ ਦੇ ਵਿੱਚ ਆ ਕੇ, ਫਿਰ ਅੱਗੇ ਆਟੋਆਂ 'ਚ ਜਾਂਦੇ ਨੇ। ਇਹ ਧੋਖਾਧੜੀ ਕੌਣ ਕਰਦੇ ਨੇ? ਇਹ ਪ੍ਰਾਈਵੇਟ ਵਾਲੇ ਕਰਦੇ ਨੇ ਜੀ, ਜਿਨ੍ਹਾਂ ਕੋਲ ਚੰਡੀਗੜ੍ਹ ਬਣਨ ਦਾ ਕੋਈ ਪਰਮਿਟ ਨਹੀਂ ਹੈ ਉਹ ਧੋਖਾਧੜੀ ਕਰਦੇ ਨੇ ਜੀ। ਇਹ ਤੇ ਕਿਉਂ ਨਹੀਂ ਰੋਕ ਲੱਗ ਰਹੀ? ਇੱਥੇ ਮਤਲਬ ਮਿਲੀ ਭੁਗਤ ਚੱਲ ਰਹੀ ਹੈ। ਮਿਲੀ ਭੁਗਤ ਚੱਲ ਰਹੀ ਹੈ ਸਰਕਾਰ ਦੀ, ਮਤਲਬ ਇਹਨਾਂ ਦੇ ਨਾਲ ਮਿਲੀ ਭੁਗਤ ਅਸੀਂ ਤਾਂ ਕਹੂੰਗੇ ਮਿਲੀ ਭੁਗਤ ਹੈ, ਕਿਉਂਕਿ SDM ਕੋਈ ਪਾਵਰ ਹੈ ਚੈੱਕ ਕਰਨ ਦੀ, ਇਹਨਾਂ ਕੋਲ ਜਿਹੜਾ ਮਤਲਬ RTA ਲਾਏ ਇਹਨਾਂ ਕੋਈ ਵੀ ਪਾਵਰ ਹੈ, ਲੇਕਿਨ ਕੋਈ ਇਸ ਪਾਸੇ ਨੂੰ ਨਹੀਂ ਜਾ ਰਿਹਾ। ਸਾਰਾ ਮਤਲਬ ਜਿਹੜਾ ਟਰਾਂਸਪੋਰਟ ਮਾਫੀਆ ਇਸ ਤਰ੍ਹਾਂ ਹੀ ਚੱਲੀ ਜਾਂਦਾ। ਅੱਜ ਤੱਕ ਜਿਹੜਾ 2012-16 ਦਾ ਫੈਸਲਾ ਉਹਨੂੰ ਸਰਕਾਰ ਅੱਜ ਤੱਕ ਲਾਗੂ ਨਹੀਂ ਕਰ ਸਕੀ। 4 ਸਾਲ ਇਹ ਸਰਕਾਰ ਦੀ ਬੀਤ ਗਈ। ਠੀਕ ਹੈ, ਹੁਣ ਅਸੀਂ ਗੱਲ ਕਰਾਂਗੇ ਜਿਹੜੇ ਕੰਟਰੈਕਟ ਕਾਮੇ ਨੇ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਪੱਕੇ ਕਰਾਂਗੇ, ਵਿਚੋਲੀਆ ਖਤਮ ਕਰਾਂਗੇ, ਕਿਉਂਕਿ ਇਹਨਾਂ ਦੀ ਜਿਹੜੀ ਇਨਕਮ ਹੈ ਉਹ ਬਹੁਤ ਨਗੂਣੀ ਆ, DC ਰੇਟ ਵੀ ਨਹੀਂ ਮਿਲਦਾ ਕਈਆਂ ਨੂੰ। ਹਾਂਜੀ, ਕੀ ਕਹਿਣਾ ਚਾਹੋਗੇ ਤੇ ਕੀ ਨਾਂ ਤੁਹਾਡਾ? ਮੇਰਾ ਨਾਮ ਰੇਸ਼ਮ ਸਿੰਘ ਗਿੱਲ। ਜਿਹੜੀ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਸੀ ਉਹ ਇਹਨਾਂ 4 ਮੁੱਦਿਆਂ ਤੇ, ਇੱਕ ਤਾਂ ਰੋਡਵੇਜ਼ ਨੂੰ ਬਚਾਉਣ ਦੀ ਗੱਲ ਹੈ, ਦੂਸਰੀ ਰੋਡਵੇਜ਼ ਦੇ ਵਿੱਚ ਜਿਹੜਾ ਖੋਰਾ ਲੱਗ ਰਿਹਾ ਇਸ ਟਾਈਮ ਆਊਟਸੋਰਸਿੰਗ ਦੇ ਰਾਹੀਂ ਠੇਕੇਦਾਰ ਰੱਖ ਕੇ। ਕਾਰਨ ਇਹੀ ਹੈ ਕਿ ਠੇਕੇਦਾਰ ਤਾਂ ਰੱਖਿਆ ਕਿ ਟਰਾਂਸਪੋਰਟ ਮਾਫੀਆ ਜਿਹੜਾ ਵਾ ਉਹਨੂੰ ਫਾਇਦਾ ਪਹੁੰਚਾਇਆ ਜਾ ਸਕੇ, ਕਿਉਂਕਿ ਜਿਹੜੇ ਕੱਚੇ ਕਾਮੇ ਉਹ ਹਮੇਸ਼ਾ ਹੀ ਇਹ ਡਰਦੇ ਰਹਿੰਦੇ ਕਿ ਸਾਡਾ ਕੋਈ ਪਤਾ ਨਹੀਂ ਕਿ ਸਾਨੂੰ ਕਦੋਂ ਮਹਿਕਮੇ 'ਚੋਂ ਕੱਢ ਦੇਣਾ ਤੇ ਅਸੀਂ ਕਿੱਥੇ ਜਾ ਕੇ ਡਿਊਟੀਆਂ ਕਰਾਂਗੇ। ਇਸੇ ਤਰੀਕੇ ਨਾਲ ਠੇਕੇਦਾਰੀ ਸਿਸਟਮ ਦੇ ਅਧੀਨ ਸਾਡੇ ਕੋਲ ਜਿਹੜਾ 2300 ਮੁਲਾਜ਼ਮ ਆਊਟਸੋਰਸਿੰਗ ਤੇ ਕੰਮ ਕਰਦਾ, ਉਹਨਾਂ ਦਾ ਇਕੱਲਾ GST ਦੀ ਜੇ ਗੱਲ ਕਰੀਏ ਤੇ 7 ਕਰੋੜ 74 ਲੱਖ ਰੁਪਈਆ ਜਿਹੜਾ ਵਾ ਲਗਭਗ 1 ਸਾਲ ਦਾ ਇਕੱਲਾ GST ਜਾ ਰਿਹਾ। ਜਦ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਰੂਪ ਦੇ ਵਿੱਚ ਸਰਕਾਰ, ਜਦੋਂ ਅਸੀਂ ਕੋਰਟ 'ਚ ਹਾਈ
ਕੋਰਟ 'ਚ ਜਾਂ ਫਿਰ ਕਿਸੇ ਹੋਰ ਡਿਬੇਟ ਦੇ ਵਿੱਚ ਪੈਂਦੇ ਆ ਤੇ ਸਾਨੂੰ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਇਹ ਸੁਣਨ 'ਚ ਆਉਂਦਾ ਵੀ ਤੁਸੀਂ ਇੱਕ ਪਣਬਸ ਕੰਪਨੀ ਬਣਾਈ ਹੋਈ, ਬੋਰਡ ਬਣਾਈ, ਤੁਸੀਂ ਉਹਦੇ ਮੈਂਬਰ ਹੋ ਤੇ ਫਿਰ ਬੋਰਡ ਨੂੰ ਚਲਾਉਂਦਾ ਚੇਅਰਮੈਨ ਜਿਹੜਾ ਉੱਥੋਂ ਦਾ ਬੈਠਾ ਬੋਰਡ ਨੂੰ ਚਲਾ ਰਿਹਾ ਹੈ, ਉਹ ਪੰਜਾਬ ਦਾ ਜਿਹੜਾ ਸਟੇਟ ਟਰਾਂਸਪੋਰਟ ਸੈਕਟਰੀ ਉਹ ਚਲਾ ਰਿਹਾ, ਉਹ ਆਪਣੀ ਕੰਪਨੀ ਨੂੰ 7 ਕਰੋੜ ਜਾਂ 8 ਕਰੋੜ ਰੁਪਇਆ ਘਾਟਾ ਪਾ ਰਿਹਾ ਹਰ ਮਹੀਨਾ, ਹਰ ਸਾਲ। ਇਹਦਾ ਮੇਨ ਕਾਰਨ ਇਹੀ ਆ ਵੀ ਜਿਹੜਾ ਟਰਾਂਸਪੋਰਟ ਮਾਫੀਆ ਉਹ ਆ ਰਿਹਾ ਤੇ ਨਾਲ ਦੀ ਨਾਲ ਲੁੱਟ ਹੋ ਰਹੀ ਹੈ, ਸਾਡੇ ਮੁਲਾਜ਼ਮਾਂ ਨੂੰ ਕੱਚੇ ਰੱਖਿਆ ਹੋਇਆ। ਦੂਸਰੇ ਪਾਸੇ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮ ਨੇ, ਕਿਉਂਕਿ ਆਊਟਸੋਰਸਿੰਗ ਵਾਲੇ 2007 ਦੇ ਵਿੱਚ ਪ੍ਰੋਪਰ ਚੈਨਲ ਭਰਤੀ ਹੋਏ ਨੇ। ਪ੍ਰੋਪਰ ਚੈਨਲ ਕਹਿਣ ਤੋਂ ਭਾਵ ਇਹ ਨਹੀਂ ਕਿ ਉਹ ਕੰਟਰੈਕਟ ਤੇ ਹੋਏ ਨੇ, ਹੋਏ ਆਊਟਸੋਰਸਿੰਗ ਤੇ ਨੇ, ਪਰ 5 ਮੈਂਬਰੀ ਕਮੇਟੀ ਬਣਾਈ ਗਈ ਬਕਾਇਦਾ ਮਹਿਕਮੇ ਵੱਲੋਂ, ਵਿਭਾਗ ਵੱਲੋਂ। ਉਹਨਾਂ ਦੇ ਡਰਾਈਵਰੀ ਟੈਸਟ ਲਏ ਗਏ, ਜਿਸ ਤਰੀਕੇ ਨਾਲ ਪਹਿਲਾਂ 1995-98 ਚ ਰੋਡਵੇਜ਼ ਦੀਆਂ ਭਰਤੀਆਂ ਹੋਈਆਂ ਤੇ ਉਹਨਾਂ ਦੇ ਟੈਸਟ ਲਏ ਸੀਗੇ। ਇਹਨਾਂ ਦੇ ਟੈਸਟ ਲੈਣ ਤੋਂ ਬਾਅਦ ਇਹਨਾਂ ਨੂੰ ਆਊਟਸੋਰਸਿੰਗ ਏਜੰਸੀ ਕੋਲ ਸੁੱਟਿਆ ਗਿਆ ਕਿ ਤੁਸੀਂ ਉੱਥੇ ਜਾ ਕੇ ਜੁਆਇਨ ਕਰੋ। ਇਸੇ ਤਰੀਕੇ ਨਾਲ ਹੀ ਜਿਹੜੇ ਉਸ ਤੋਂ ਬਾਅਦ ਉਹਨਾਂ ਦਾ GST ਜਾ ਰਿਹਾ। ਉਸ ਤੋਂ ਬਾਅਦ 2014 ਦੇ ਵਿੱਚ ਨਵੀਂ ਭਰਤੀ ਕੀਤੀ ਸਰਕਾਰ ਨੇ, ਪ੍ਰੋਪਰ ਚੈਨਲ ਜਿਹਨੂੰ ਕਹਿੰਦੀ ਹੈ ਸਰਕਾਰ ਕਿ ਅਸੀਂ ਕੰਟਰੈਕਟ ਤੇ ਰੱਖੇ ਆ, ਪ੍ਰੋਪਰ ਮੈਰਿਟਾਂ ਬਣੀਆਂ, ਪੰਜਾਬ ਯੂਨੀਵਰਸਿਟੀ ਤੋਂ ਟੈਸਟ ਲਏ, ਉਹ ਮੁਲਾਜ਼ਮਾਂ ਨੂੰ ਵੀ ਅੱਜ 6-6 ਸਾਲ ਹੋ ਗਏ ਕੰਟਰੈਕਟ ਤੇ ਲੱਗਿਆਂ ਨੂੰ, ਉਹਨਾਂ ਨੂੰ ਸਰਕਾਰ ਪੱਕੇ ਨਹੀਂ ਕਰ ਰਹੀ। ਜਦੋਂ ਕੈਪਟਨ ਸਰਕਾਰ ਆਈ ਸੀ ਉਦੋਂ ਕੈਪਟਨ ਸਰਕਾਰ ਦੇ ਵਾਅਦੇ ਸੀ ਕਿ ਆਉਣ ਸਾਰ ਘਰ ਘਰ ਰੁਜ਼ਗਾਰ ਦੇਵਾਂਗੇ, ਹਰ ਇੱਕ ਮੁਲਾਜ਼ਮ ਜਿਹੜਾ ਕੱਚਾ ਕੰਮ ਕਰਦਾ ਉਹਨੂੰ ਪੱਕੇ ਕਰਾਂਗੇ, ਉਹਦੇ ਵਾਸਤੇ ਸਹੀ ਐਕਟ ਲੈ ਕੇ ਆਵਾਂਗੇ ਅਸੀਂ, ਤੇ ਸਾਰੇ ਅਦਾਰਿਆਂ ਦੇ ਵਿੱਚ ਜਿਹੜਾ ਵਾ ਉਹ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਸਾਡੇ ਅਦਾਰੇ ਦੇ ਵਿੱਚ ਅਸੀਂ ਇਹ ਬੜੀ ਸ਼ਰਮਨਾਕ ਗੱਲ ਕਹਿ ਰਹੇ ਹਾਂ ਕਿ ਜਿਹੜੀ ਪੰਜਾਬ ਦੀ ਸਰਕਾਰ ਆਈ ਆ, ਉਹਨੇ ਜਿਹੜਾ 2016 ਦੇ ਵਿੱਚ ਵੈਲਫੇਅਰ ਐਕਟ 2016 ਬਾਦਲ ਸਰਕਾਰ ਨੇ 3 ਸਾਲ ਵਾਲਾ ਲਾਗੂ ਕੀਤਾ ਸੀ ਕਿ 3 ਸਾਲ ਬਾਅਦ ਕੰਟਰੈਕਟ ਵਾਲਾ ਜਿਹੜਾ ਮੁਲਾਜ਼ਮ ਹੈ ਉਹ ਰੈਗੂਲਰ ਹੋਏਗਾ ਤੇ ਆਊਟਸੋਰਸਿੰਗ ਵਾਲਾ ਕੰਟਰੈਕਟ ਤੇ ਆ ਜਾਏਗਾ। ਕਹਿਣ ਤੋਂ ਭਾਵ ਕੰਟਰੈਕਟ ਤੇ ਆਉਣ ਨਾਲ ਜਿਹੜਾ GST ਵਗੈਰਾ ਉਹ ਸਾਰਾ ਬਚਦਾ ਸੀ। ਪਰ ਪੰਜਾਬ ਸਰਕਾਰ ਨੇ ਅੱਜ 4 ਸਾਲ ਬੀਤ ਗਏ, ਉਸ ਐਕਟ ਨੂੰ ਵੀ ਨੱਪਿਆ ਹੋਇਆ ਤੇ ਨਵੀਂ ਜਿਹੜੀ ਸਬ ਕਮੇਟੀ ਬਣਾਈ ਆ ਕਿ ਐਕਟ ਦੇ ਵਿੱਚ ਸੋਧ ਕਰੇਗੀ ਜਾਂ ਐਕਟ ਨੂੰ ਲਾਗੂ ਕਰੇਗੀ, ਉਹਦਾ ਕੋਈ ਫੈਸਲਾ ਨਹੀਂ ਆ ਰਿਹਾ। ਨਿਤ ਨਵੀਂ 3-4 ਦਿਨ ਪਹਿਲਾਂ ਇੱਕ ਮੀਟਿੰਗ ਹੋਈ, ਸ਼ਾਇਦ 4 ਤਰੀਕ ਨੂੰ ਮੀਟਿੰਗ ਹੋਈ ਆ। ਲੱਗਦਾ ਕਿ ਹੁਣ ਚੋਣਾਂ ਤੋਂ ਪਹਿਲਾਂ, ਕਿਉਂਕਿ ਚੋਣਾਂ ਤੋਂ ਪਹਿਲਾਂ ਹੀ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਨੇ, ਨੌਕਰੀਆਂ ਵੀ ਦਿੰਦੀਆਂ ਨੇ, ਲੱਗਦਾ ਤੁਹਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ। ਉਹਦੇ ਵਿੱਚ ਨਵੀਂ ਚੀਜ਼ ਇਹ ਲੈ ਕੇ ਆਏ ਨੇ ਕਿ ਚੋਣਾਂ ਤੋਂ ਪਹਿਲਾਂ ਜਿਹੜੀ ਉਹ ਲਾਗੂ ਕਰਨ ਵਾਲੇ ਪਾਸੇ ਆ, ਪਰ ਇੱਕ ਮੋਨਟੇਕ ਸਿੰਘ ਆਹਲੂਵਾਲੀ ਦੀ ਰਿਪੋਰਟ ਲਿਆਂਦੀ ਗਈ ਪਹਿਲੋਂ, ਜਿਹਦੇ ਤਹਿਤ ਸਾਰੇ ਵਿਭਾਗਾਂ ਦੀਆਂ ਪ੍ਰਮਾਣਿਤ ਅਸਾਮੀਆਂ ਖਤਮ ਕੀਤੀਆਂ ਗਈਆਂ ਕਿ ਕਿਸੇ ਵਿਭਾਗ 'ਚ ਜਿੰਨੀਆਂ ਹੁਣ ਮੌਜੂਦਾ ਅਸਾਮੀਆਂ ਚੱਲਦੀਆਂ ਉਨੀਆਂ ਰਹਿਣ ਦਿਓ। ਪ੍ਰਮਾਣਿਤ ਅਸਾਮੀਆਂ, ਜਿਵੇਂ ਅਸੀਂ ਬਿਜਲੀ ਬੋਰਡ ਦੀ ਗੱਲ ਕਰੀਏ ਤਾਂ ਲਗਭਗ 41,000-40,000 ਅਸਾਮੀਆਂ ਖਤਮ ਕਰਤੀਆਂ, ਜਲ ਸਪਲਾਈ ਦੀਆਂ 8600 ਪੋਸਟਾਂ ਖਤਮ ਕਰਤੀਆਂ। ਇਵੇਂ ਰੋਡਵੇਜ਼ ਦੇ ਵਿੱਚ ਵੀ ਪੁਨਰਗਠਨ ਦੇ ਨਾਂ ਤੇ ਅਸਾਮੀਆਂ ਲਿਆਏ। ਜਿਹੜਾ ਨਵਾਂ ਐਕਟ ਬਣਾ ਰਿਹਾ, ਸਾਨੂੰ ਜਿਹੜੀ ਸੂਚਨਾ ਮਿਲੀ ਭਰੋਸੇਯੋਗ ਸੂਤਰਾਂ ਤੋਂ, ਅਸੀਂ ਪਿਛਲੇ ਦਿਨੀ ਪੂਰੀ ਸਬ ਕਮੇਟੀ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਾਂ। ਧਰਨੇ ਮੁਜ਼ਾਹਰੇ, ਠੇਕੇ ਵਾਲੇ ਕੰਮ ਇਕੱਲੇ ਇਕੱਠੇ ਹੋ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਰੂਪ ਵਿੱਚ ਅਸੀਂ CM ਤੱਕ ਵੀ ਮੀਟਿੰਗਾਂ ਕਰ ਚੁੱਕੇ ਹਾਂ। ਉੱਥੇ ਇਹੀ ਗੱਲ ਆਉਂਦੀ ਕਿ ਅਸੀਂ ਨਵਾਂ ਐਕਟ ਬਣਾ ਰਹੇ ਹਾਂ, ਪਰ ਜਿਹੜਾ ਬਣਾ ਰਿਹਾ ਸਾਡੇ ਕੋਲ ਰਿਪੋਰਟ ਆ ਰਹੀ ਉਹ ਇਕੱਲੇ ਕੰਟਰੈਕਟ ਵਾਲੇ ਮੁਲਾਜ਼ਮ ਜਿਹੜੇ ਪ੍ਰਮਾਣਿਤ ਅਸਾਮੀਆਂ ਦੇ ਵਿਰੁੱਧ ਭਰਤੀ ਹੋਏ ਤੇ ਜਿਨ੍ਹਾਂ ਨੂੰ 10 ਸਾਲ ਹੋ ਗਏ। ਕਹਿਣ ਤੋਂ ਭਾਵ ਕਿ ਨਾ ਤਾਂ ਪ੍ਰਮਾਣਿਤ ਅਸਾਮੀ ਰਹਿਣ ਤੀ ਤੇ ਨਾ ਹੀ ਪ੍ਰਮਾਣਿਤ ਅਸਾਮੀਆਂ ਦੇ ਵਿਰੁੱਧ ਭਰਤੀ ਹੋਏ ਮੁਲਾਜ਼ਮ ਨੇ, ਤੇ ਨਾ ਹੀ ਉਹਨਾਂ ਵਾਸਤੇ ਉਹ ਐਕਟ ਬਣ ਰਿਹਾ। 10 ਸਾਲ ਕਿਸੇ ਨੂੰ ਨਹੀਂ ਹੋਏ ਤੇ ਉਸ ਐਕਟ ਦੇ ਵਿੱਚ ਜਿਹੜਾ ਨਵਾਂ ਐਕਟ ਬਣਾ ਰਹੇ ਉਹਦੇ 'ਚ ਕੋਈ ਵੀ ਨਹੀਂ ਆ ਰਿਹਾ। ਇਸ ਕਰਕੇ ਉਹ ਜਿਹੜਾ ਐਕਟ ਬਣ ਰਿਹਾ ਉਹ ਵੀ ਅਜੇ ਗੋਲਮੋਲ ਤੇ ਰੌਲੇ 'ਚ ਹੀ ਆ, ਜਿਉਂਦਾ ਕੋਈ ਕਲੀਅਰ ਨਹੀਂ ਹੋ ਰਿਹਾ। ਜੇ ਤਾਂ ਸਰਕਾਰ 240 ਦਿਨ ਤੋਂ ਬਾਅਦ ਜਿਹੜਾ ਸਰਕਾਰੀ ਰੂਲ ਸੀ ਪਹਿਲਾਂ ਕਿ ਮੁਲਾਜ਼ਮ ਨੂੰ ਪੱਕਾ ਕਰਨਾ, ਕੋਈ ਉਹੋ ਜਿਹਾ ਐਕਟ ਲੈ ਕੇ ਆਉਂਦੀ ਆ ਤੇ ਪੰਜਾਬ ਦੇ ਸਮੁੱਚੇ ਵਿਭਾਗਾਂ ਦੇ ਜਿਹੜੇ ਕੱਚੇ ਕੰਮ ਉਹ ਪੱਕੇ ਹੋਣਗੇ। ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਰੋਡਾਂ ਦੇ ਉੱਤੇ ਧਰਨੇ ਮੁਜ਼ਾਹਰੇ ਆਮ ਦੇਖਣ ਨੂੰ ਮਿਲਣਗੇ। ਸਰਕਾਰ ਨੂੰ ਇਹ ਟਕਰਾਅ ਦੀ ਜਿਹੜੀ ਸਥਿਤੀ ਹੈ ਸਰਕਾਰ ਪੈਦਾ ਕਰ ਰਹੀ ਹੈ, ਇਹਨੂੰ ਵੇਖਣਾ ਪਏਗਾ। ਸਰਕਾਰ ਜਿਹੜੀ ਮੰਤਰੀ ਮੰਡਲ ਦੀ ਸਬ ਕਮੇਟੀ ਹੈ ਉਹ ਵੀ ਅੱਖਾਂ ਪੂੰਝਣ ਵਾਲੀਆਂ ਗੱਲਾਂ ਕਰੇਗੀ। ਕੋਈ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਰੁਜ਼ਗਾਰ ਦੇ ਦੇਗੀ, ਨੌਜਵਾਨਾਂ ਨੂੰ ਪੱਕੇ ਕਰ ਦੇਗੀ? ਬਿਲਕੁਲ ਨਹੀਂ ਜੀ। ਅਸੀਂ ਕਿਉਂਕਿ ਤ੍ਰਿਪਤਿੰਦਰ ਬਾਜਵਾ ਜੀ ਨਾਲ, ਬ੍ਰਹਮਿੰਦਰਾ ਜੀ ਨਾਲ, ਮਨਪ੍ਰੀਤ ਜੀ ਨਾਲ ਤੇ ਚਰਨਜੀਤ ਚੰਨੀ ਜੀ ਨਾਲ ਅਸੀਂ ਸਾਰੀ ਕਮੇਟੀ ਨਾਲ ਵਾਰ-ਵਾਰ ਮੀਟਿੰਗ ਕਰ ਚੁੱਕੇ ਹਾਂ। ਨਾ ਉਹ ਕਮੇਟੀ ਸਾਡੇ ਕਿਸੇ ਮੁਲਾਜ਼ਮ ਨੂੰ ਬੁਲਾ ਕੇ ਉਹਨਾਂ ਦਾ ਦੁੱਖ ਸੁਣਨ ਨੂੰ ਤਿਆਰ ਆ ਕਿ ਤੁਹਾਡੀਆਂ ਮੰਗਾਂ ਕੀ ਨੇ, ਤੁਸੀਂ ਕਿਹੜੇ ਤਰੀਕੇ ਨਾਲ ਭਰਤੀ ਹੋਏ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਉਹ ਕਹਿੰਦੇ ਸਾਨੂੰ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਵਿਭਾਗ ਕੋਲ ਤਾਂ ਠੇਕੇ ਤੇ ਜਾਂ ਆਊਟਸੋਰਸਿੰਗ ਤੇ ਮੁਲਾਜ਼ਮ ਕੰਮ ਹੀ ਨਹੀਂ ਕਰਦੇ ਹੈਗੇ, ਨਹੀਂ ਕਿਸੇ ਵਿਭਾਗ 'ਚ। ਕਹਿਣ ਤੋਂ ਭਾਵ ਕਿ ਉਹ ਵਿਭਾਗਾਂ ਦੀ ਸੂਚਨਾ ਲੈਂਦੇ ਆ ਤੇ ਵਿਭਾਗਾਂ ਦੇ ਵਿੱਚ ਜਿਹੜਾ ਇਹਨਾਂ ਨੇ ਗਾਂ ਦੂਸਰੇ ਸਿਸਟਮ ਬਣਾਤੇ, ਜਿਵੇਂ ਲਿਸਟਮੈਂਟਾਂ, ਕੰਪਨੀਆਂ, ਸੁਸਾਇਟੀਆਂ, ਜਿਵੇਂ ਰੋਡਵੇਜ਼ ਦੇ ਵਿੱਚ ਇੱਕ ਪਣਬਸ ਬਣਾਤੀ। ਇਸੇ ਤਰੀਕੇ ਨਾਲ ਸਾਰੇ ਵਿਭਾਗਾਂ ਦੇ ਵਿੱਚ ਥੱਲੇ ਕੰਪਨੀਆਂ ਬਣਾਈਆਂ ਨੇ। ਉਹ ਕੰਪਨੀਆਂ ਦੀ ਸੂਚਨਾ ਨਾ ਇਹਨਾਂ ਕੋਲ ਆਉਂਦੀ ਹੈ ਤੇ ਨਾ ਉਹ ਕੰਪਨੀਆਂ ਦੀ ਸੂਚਨਾ ਲੈ ਕੇ ਸਾਨੂੰ ਪੱਕੇ ਕਰਨ ਵਾਲੇ ਪਾਸੇ ਨੇ। ਅਸੀਂ ਉਹਨਾਂ ਦੇ ਪਿੱਤਰੀ ਵਿਭਾਗਾਂ 'ਚ ਹੀ ਕੰਮ ਕਰ ਰਹੇ ਹਾਂ। ਅੱਜ ਜਿਹੜਾ ਪਣਬਸ ਦਾ ਕੰਮ ਆ ਰੋਡਵੇਜ਼ ਦੀ ਬੱਸ ਨੂੰ ਚਲਾ ਰਿਹਾ, ਰੋਡਵੇਜ਼ ਦੇ ਪਰਮਿਟਾਂ ਦੇ ਉੱਤੇ ਉਹ ਬੱਸਾਂ ਜਾ ਰਹੀਆਂ, ਪਰ ਸਾਡੀ ਸੂਚਨਾ ਸਿਰਫ ਰੋਡਵੇਜ਼ ਦੀ ਲੈ ਰਹੇ ਨੇ। ਰੋਡਵੇਜ਼ 'ਚ ਕੋਈ ਠੇਕੇ ਤੇ ਹੈ ਹੀ ਨਹੀਂ, ਹੈ ਪਣਬਸ 'ਚ। ਫਿਰ ਉਹ ਪਣਬਸ ਦੀ ਸੂਚਨਾ ਜਿੰਨੀ ਦੇਰ ਤੱਕ ਨਹੀਂ ਆਉਂਦੀ ਉਨੀ ਦੇਰ ਤੱਕ ਇਹਨਾਂ ਦਾ ਐਕਟ ਨਹੀਂ ਬਣਨਾ। ਇਸ ਕਰਕੇ ਜਿਹੜਾ ਸਾਰਾ ਕੁਝ ਕਰ ਰਹੇ ਨੇ ਇਹ ਸਿਰਫ ਲੋਕਾਂ ਦੀ ਅੱਖਾਂ ਪੂੰਝਣ ਵਾਸਤੇ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਜੀ। ਠੀਕ ਆ। ਸੋ ਇੱਕ ਬੌਧਿਕ ਚਲਾਕੀ ਦੀ ਗੱਲ ਆ। ਕੁਝ ਜਿਹੜੇ ਹੋਰ ਮੁਲਾਜ਼ਮ ਆਗੂ ਨੇ ਉਹ ਸਾਰੇ ਦੇਖੋ ਇੱਥੇ ਆਏ ਨੇ।
ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਜਿਹੜੇ ਕੱਚੇ ਤੇ ਜਿਹੜੇ ਠੇਕਾਦਾਰ ਤੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਰੋਡਵੇਜ ਦੇ ਵਿੱਚ ਜਾਂ PRTC ਦੇ ਵਿੱਚ ਜੋ ਚੂਨਾ ਲੱਗਦਾ ਉਹ ਰੋਕਿਆ ਜਾਵੇ। ਇੱਕ ਦੋ ਅੱਗੇ ਨਾਲ ਹੋਰ ਗੱਲ ਕਰਾਂ, ਕੀ ਨਾਂ ਤੁਹਾਡਾ ਜੀ? ਮੈਂ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ AITUC। ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਪਿਛਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਬਹੁਤ ਕੀਤੀਆਂ, ਐਕਸ਼ਨ ਵੀ ਬਹੁਤ ਕੀਤੇ, ਪਰ ਅਸੀਂ ਅੱਜ ਮੁਹਾਲੀ ਦੇ ਵਿੱਚ ਸਪੈਸ਼ਲੀ ਇਸ ਲਈ ਪ੍ਰੈਸ ਕਾਨਫਰੰਸ ਕਰਨ ਆਏ ਹਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਣੀ ਹੈ ਉਸ ਤੋਂ ਸਾਡੀ ਆਵਾਜ਼ ਪਹੁੰਚੀ ਨਹੀਂ। ਅਸੀਂ ਇਸ ਲਈ ਆਸ ਕੀਤੀ ਹੈ ਇਹ ਮੁਹਾਲੀ ਤੁਹਾਡੀ ਪ੍ਰੈਸ ਕਲੱਬ ਦੇ ਰਾਹੀਂ ਤੁਹਾਡੀ ਆਵਾਜ਼ ਲੋਕਾਂ ਤੱਕ ਜਾਵੇ। ਸਰਕਾਰ ਬਹਾਨਾ ਬਣਾ ਰਹੀ ਹੈ ਕਿ ਸਾਡੀ 24 ਤਰੀਕ ਨੂੰ ਮੀਟਿੰਗ ਹੋ ਕੇ ਹਟੀ ਪਿੱਛੇ ਜੇ ਪ੍ਰਮੁੱਖ ਸਕੱਤਰ ਨੇ ਟਰਾਂਸਪੋਰਟ ਦੇ ਨਾਲ, ਕਿ ਸਰਕਾਰ ਇਹ ਸੋਚਦੀ ਹੈ ਕਿ ਇਹਦਾ ਜਿਹੜਾ ਘਾਟਾ ਪੰਜਾਬ ਰੋਡਵੇਜ਼ ਦਾ ਕਿਵੇਂ ਘੱਟ ਕੀਤਾ ਜਾਵੇ, ਇਹਨੂੰ ਇੱਕ ਵਨ ਸਟੇਟ ਵਨ ਕਾਰਪੋਰੇਸ਼ਨ ਦਾ ਨਾਅਰਾ ਦਿੱਤਾ ਜਾਵੇ। ਅਸੀਂ ਪੰਜਾਬ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ, ਜੋ ਕੁਝ ਅਸੀਂ ਕਹਿ ਰਹੇ ਹਾਂ, ਮੇਰੇ ਸਾਥੀ ਦੱਸ ਕੇ ਗਏ ਵੀ 7 ਕਰੋੜ 68 ਲੱਖ ਰੁਪਈਆ ਇਕੱਲਾ GST ਦਾ ਬਚ ਸਕਦਾ। ਉਹਦੇ ਤੋਂ ਇਲਾਵਾ ਸਾਡੇ ਟਾਈਮ ਟੇਬਲ ਹਰ 6 ਮਹੀਨੇ ਬਾਅਦ ਨਵੇਂ ਬਣਦੇ ਆ। ਪਿਛਲੀ ਸਰਕਾਰ ਨੇ ਤਾਂ ਕਿਉਂਕਿ ਖੁਦ ਟਰਾਂਸਪੋਰਟ ਸੀ ਉਹਨਾਂ ਨੇ ਬਣਾਉਣੇ ਕੀ ਸੀ, ਇਹਨਾਂ ਨੂੰ 4 ਸਾਲ ਹੋ ਗਏ, ਇਹ ਅੱਜ ਤੱਕ ਸਾਡੇ ਟਾਈਮ ਟੇਬਲ ਨਹੀਂ ਬਣਾ ਸਕੇ, ਜਿਹਦੇ ਵਿੱਚ ਵੱਡਾ ਜਿਹੜੀ ਛੋਟਾਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਆਪਰੇਸ਼ਨ ਦਿੱਤੀਆਂ ਗਈਆਂ। ਸਰਕਾਰ ਤਾਂ ਟਰਾਂਸਪੋਰਟ ਨੀਤੀ ਲਿਆਉਣ ਦੀ ਗੱਲ ਕਰਦੀ ਸੀ, ਤੁਸੀਂ ਕਹਿੰਦੇ ਹਜੇ ਤੱਕ ਟਾਈਮ ਟੇਬਲ ਨਹੀਂ ਬਣਾਇਆ, ਇਹਦਾ ਮਤਲਬ ਵੱਡੀ ਘਾਟ ਹੈ। ਮੈਂ ਉਹੀ ਗੱਲ ਤੇ ਆਉਣਾ ਵੀ ਅੱਜ ਤੱਕ ਇਹ ਟਰਾਂਸਪੋਰਟ ਜਿਹੜੀ ਹੈਗੇ ਉਹ ਜਿਹੜੇ ਸਾਡੇ ਟਾਈਮ ਟੇਬਲ ਨਹੀਂ ਬਣਾ ਸਕੇ। ਟਰਾਂਸਪੋਰਟ ਪਾਲਿਸੀ ਜਿਹੜੀ ਕਹਿੰਦੇ ਸੀ ਵੀ ਬੜੀ ਜਲਦੀ ਟਰਾਂਸਪੋਰਟ ਪਾਲਿਸੀ ਲੈ ਕੇ ਆਵਾਂਗੇ ਸਾਡੀ ਸਰਕਾਰ ਬਣਨ ਤੋਂ ਬਾਅਦ, ਅੱਜ ਤੱਕ ਉਹ ਟਰਾਂਸਪੋਰਟ ਪਾਲਿਸੀ ਪਤਾ ਨਹੀਂ ਕਿਹੜੇ ਠੰਡੇ ਬਸਤੇ 'ਚ ਪਾਤੀ, ਉਹ ਨਹੀਂ ਆਈ ਸਕੀ। 12,210 ਪਰਮਿਟ ਅਸੀਂ ਬੰਦ ਕਰਤੇ, ਰੱਦ ਕਰਤੇ। ਉਹਦਾ ਐਫੀਡੇਟ ਵੀ ਸਰਕਾਰ ਹਾਈ ਕੋਰਟ ਦੇ ਵਿੱਚ ਦੇ ਆਈ। ਉਹ ਅੱਜ ਤੱਕ ਜਾਣਬੁੱਝ ਕੇ ਜੋ ਥੋੜ੍ਹਾ ਬਹੁਤਾ ਦਬਾਅ ਥੱਲਿਓ ਪੈਂਦਾ ਹੈ ਉਦੋਂ ਨੋਟਿਸ ਕੱਢ ਦਿੰਦੇ ਆ ਪ੍ਰਾਈਵੇਟਾਂ ਨੂੰ, ਕਿਉਂ ਨਾ ਤੁਹਾਡੇ ਪਰਮਿਟ ਰੱਦ ਕੀਤੇ ਜਾਣ। ਮਤਲਬ ਉਹ ਜਿਹੜੇ ਨੋਟਿਸ ਆ ਉਹ ਨੋਟਿਸ ਲੈ ਕੇ ਹਾਈ ਕੋਰਟ ਚਲੇ ਜਾਂਦੇ ਆ। ਮੇਰਾ ਕਹਿਣ ਤੋਂ ਭਾਵ ਹੈ ਕਿ ਗਿਣੀ ਮਿਥੀ ਸਾਜ਼ਿਸ਼ ਹੈ ਇਹਨਾਂ ਦੋਨਾਂ ਘਰਾਂ ਦੀ, ਵੀ ਇਹ ਜਾਣਬੁੱਝ ਕੇ ਇਹਨੂੰ ਪਬਲਿਕ ਅਦਾਰੇ ਇਹਨੂੰ ਚਾਲੂ ਹੀ ਨਹੀਂ ਰੱਖਣਾ ਚਾਹੁੰਦੇ। ਤੇ ਕਿੰਨਾ ਕੁ ਚੂਨਾ ਲੱਗ ਰਿਹਾ ਟਰਾਂਸਪੋਰਟ ਮਾਫੀਆ ਕਾਰਨ ਪਬਲਿਕ ਅਦਾਰੇ ਨੂੰ? ਪਿਛਲੇ ਦਿਨਾਂ ਦੇ ਵਿੱਚ STC ਸਾਹਿਬ ਨੇ ਆਪ ਸਰਵੇ ਕਰਾਇਆ ਸੀ, ਉਹ ਸਰਵੇ ਦੇ ਮੁਤਾਬਕ 1300 ਬੱਸ ਜਿਹੜੀ ਹੈਗੀ ਹੈ, ਹਾਲਾਂਕਿ ਉਹ ਬੱਸ ਘੱਟ ਸ਼ੋਅ ਕੀਤੀ ਹੈ, 1300 ਬੱਸ ਪੰਜਾਬ ਦੇ ਵਿੱਚ ਨਜਾਇਜ਼ ਜਿਹੜੀ ਆਪਰੇਸ਼ਨ ਚੱਲਦੀ ਆ ਉਹ ਚੱਲ ਰਹੀ ਹੈ। ਜਿਹੜੇ 12,210 ਪਰਮਿਟ ਪਹਿਲਾਂ ਹਾਈ ਕੋਰਟ ਵੱਲੋਂ ਹੈ ਉਹ ਤਾਂ ਹੈ ਹੀ ਹੈ, ਜਾਨੀ ਉਦੋਂ ਇਲਾਵਾ 1300 ਬੱਸ ਰੋਜ਼ ਦੀ ਜਿਹੜੀ ਹੈਗੀ ਹੈ ਨਜਾਇਜ਼ ਚੱਲ ਰਹੀ ਹੈ। ਔਰ ਸਾਡੇ ਕਿਸੇ ਨਾ ਟਰਾਂਸਪੋਰਟ ਵਿਭਾਗ ਨੂੰ ਅੱਜ ਅਸੀਂ ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਜਿਹੜਾ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਦਾ ਸਾਡੀ ਬਦਕਿਸਮਤੀ ਹੈ ਸਾਡੇ ਟਰਾਂਸਪੋਰਟ ਮਹਿਕਮੇ ਦੀ, ਸਾਨੂੰ ਅੱਜ ਤੱਕ ਜਿਹੜਾ ਟਰਾਂਸਪੋਰਟ ਮਿਨਿਸਟਰ ਹੋ ਕਦੇ ਵੀ ਨਹੀਂ ਇਹੋ ਜਿਹਾ ਟਰਾਂਸਪੋਰਟ ਮਿਨਿਸਟਰ ਮਿਲਿਆ ਜਿਹਦਾ ਕੋਈ ਵਾਹ ਹੋਵੇ ਟਰਾਂਸਪੋਰਟ ਦੇ ਨਾਲ। ਸਾਨੂੰ ਜਦੋਂ ਵੀ ਟਰਾਂਸਪੋਰਟ ਮੰਤਰੀ ਮਿਲਦਾ ਅਸੀਂ ਉਹਨੂੰ ਪਹਿਲਾ ਟਰਾਂਸਪੋਰਟ ਮੰਤਰੀ ਯਾਦ ਆ ਜਾਂਦਾ ਵੀ ਇਦੋਂ ਤਾਂ ਉਹ ਚੰਗਾ ਸੀ। ਹੁਣ ਜਦੋਂ ਦੇ ਇਹ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਆਏ ਆ, ਇਹਨਾਂ ਨੇ ਕਦੇ ਵੀ ਸਾਡੇ ਧਰਨੇ ਮੁਜ਼ਾਹਰਿਆਂ ਰੈਲੀਆਂ ਪ੍ਰੈਸ ਕਾਨਫਰੰਸਾਂ ਦੀ ਪਰਵਾਹ ਨਹੀਂ ਕੀਤੀ, ਸਾਡੀ ਕੋਈ ਮੀਟਿੰਗ ਸੱਦਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਅਸੀਂ ਅੱਕ ਕੇ ਇਸ ਮਾਧਿਅਮ ਅਸੀਂ 16 ਤਰੀਕ ਨੂੰ ਜੇ ਟਰਾਂਸਪੋਰਟ ਮੰਤਰੀ ਆ ਦੇ ਹਲਕੇ ਦੇ ਵਿੱਚ ਜਾ ਰਹੇ ਹਾਂ। ਅਸੀਂ ਉੱਥੇ ਝੰਡਾ ਮਾਰਚ ਕਰਕੇ ਇਹਦੀ ਕੋਠੀ ਦੇ ਅੱਗੇ ਉੱਥੇ ਅਸੀਂ ਰੈਲੀ ਕਰਾਂਗੇ। ਜੇਕਰ ਉੱਥੇ ਵੀ ਸਾਡੀ ਗੱਲ ਨਾ ਟਰਾਂਸਪੋਰਟ ਮੰਤਰੀ ਨੇ ਕੋਈ ਮੀਟਿੰਗ ਬੁਲਾ ਕੇ, ਅਸੀਂ ਕਹਿੰਦੇ ਆ ਵੀ ਤੁਸੀਂ ਇਹ ਮਹਿਕਮੇ ਨੂੰ ਤਾਂ ਉਜਾੜ ਕੇ ਇਹ ਇਕੱਲਾ ਟਰਾਂਸਪੋਰਟ ਦਾ ਮਹਿਕਮਾ ਜਦੋਂ PRTC ਜਾਊਗਾ ਰੋਡਵੇਜ਼ ਦਾ ਪਨਬਸ ਦਾ, ਇਹਦੇ ਨਾਲ ਇਕੱਲਾ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਫਰਕ ਨਹੀਂ ਪੈਣਾ। ਇਹਦੇ ਤੋਂ 14 ਕੈਟਾਗਰੀਆਂ ਫ੍ਰੀ ਸਰਵਿਸ ਲੈਂਦੀ ਹੈ। ਔਰ ਬਹੁਤ ਜਿਹੜੇ ਜਿਵੇਂ ਸਾਡੇ ਸਟੂਡੈਂਟ ਬੱਚੇ ਪੜ੍ਹਨ ਜਾਂਦੇ ਆ, ਜਿਹੜੇ ਬੜੇ ਘੱਟ ਪੈਸੇ ਤੇ ਖਰਚ ਕੇ ਉਹ ਆਪਦੇ ਸਕੂਲਾਂ ਕਾਲਜਾਂ ਤੱਕ ਪਹੁੰਚਦੇ ਆ, ਇਹ ਉਹਨਾਂ ਨੂੰ ਵੀ ਪੜ੍ਹਾਈ ਤੋਂ ਵਾਂਝੇ ਕਰਨ ਜਾ ਰਹੇ ਆ। ਮੇਰਾ ਕਹਿਣ ਤੋਂ ਭਾਵ ਉਹਨਾਂ 14 ਕੈਟਾਗਰੀਆਂ ਨੂੰ ਵੀ ਇਸ ਗੱਲ ਦਾ ਫਰਕ ਪੈਣਾ। ਅਸੀਂ ਜੇ ਸਾਡੀ ਟਰਾਂਸਪੋਰਟ ਮੰਤਰੀ ਨੇ ਕੋਈ ਗੱਲ ਨਾ ਸੁਣੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਜਲਦੀ ਮੀਟਿੰਗ ਕਰਕੇ ਅਸੀਂ ਇਹ ਕਿਹਾ ਵੀ ਅਸੀਂ ਅਗਲੇ ਜਨਵਰੀ ਦੇ ਪੰਦਰਵਾੜੇ ਤੱਕ ਅਸੀਂ ਉਦੋਂ ਪਹਿਲਾਂ ਮੀਟਿੰਗ ਕਰਕੇ ਫੈਸਲਾ ਕਰਾਂਗੇ ਵੀ ਸਾਡਾ ਸਮੁੱਚਾ ਟਰਾਂਸਪੋਰਟ ਦਾ ਕੰਮ, ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਕੰਮ ਕਰਦਾ, ਸਮੁੱਚਾ ਟਰਾਂਸਪੋਰਟ ਕੰਮ ਜਿਹੜਾ ਪਟਿਆਲੇ ਦੇ ਵਿੱਚ ਜਿਹੜਾ ਮੁੱਖ ਮੰਤਰੀ ਦਾ ਸ਼ਹਿਰ ਆ ਆਪਦਾ, ਉਸ ਹਲਕੇ ਦੇ ਵਿੱਚ ਅਸੀਂ ਬਹੁਤ ਵੱਡੀ ਰੈਲੀ ਵੀ ਕਰਾਂਗੇ। ਸਾਨੂੰ ਭਾਵੇਂ ਪਰਿਵਾਰਾਂ ਸਮੇਤ ਜਾਣਾ ਪਵੇ, ਉੱਥੇ ਰੈਲੀ ਕਰਕੇ ਅਸੀਂ ਉਹਦੇ ਮਹਿਲਾ ਵਾਲੇ ਪਾਸੇ ਮਾਰਚ ਕਰਾਂਗੇ, ਤਾਂ ਕਿ ਜਿਹੜੀ ਇਹ ਬੋਲੀ ਸਰਕਾਰ ਹੈ, ਜਿਵੇਂ ਕਿਸਾਨ ਆਪਦਾ ਸਾਰਾ ਕੁਝ ਲੈ ਕੇ ਦਿੱਲੀ ਦੇ ਵਿੱਚ ਆਪਦੀ ਗੱਲ ਸੁਣਾਉਣ ਵਾਸਤੇ ਗਏ ਆ,
ਅਸੀਂ ਆਪਦੀ ਇਹ ਗੱਲ ਸੁਣਾਉਣ ਦੇ ਖਾਤਰ ਜਿਹੜਾ ਮੋਤੀ ਮਹਿਲ ਵਾਲੇ ਪਾਸੇ ਮਾਰਚ ਕਰਾਂਗੇ ਕਿ ਜਿਹੜੇ ਇਹ ਪਬਲਿਕ ਅਦਾਰੇ ਆ ਜਿਨ੍ਹਾਂ ਦੇ ਸਰਕਾਰ ਹੋਣ 'ਚ ਹੀ ਇਸ ਕਰਕੇ ਆਈ। ਸਰਕਾਰ ਨੇ ਲੋਕਾਂ ਦੀ ਦੁੱਖ ਦੀ ਰਗ 'ਤੇ ਹੱਥ ਰੱਖਿਆ ਵੀ ਘਰ ਘਰ ਨੌਕਰੀ ਦੇਣ ਦਾ ਜਿਹੜਾ ਲਾਰਾ ਲਾਇਆ, ਕਿਉਂਕਿ ਲੋਕ ਬਹੁਤ ਬੇਰੁਜ਼ਗਾਰ ਹੈ ਤੇ ਅੱਜ ਲੋਕਾਂ ਨੂੰ ਨੌਕਰੀ ਦਾ ਕੀ ਦੇਣੀ ਸੀ। ਸਰਕਾਰੀ ਸਾਮੀਆਂ ਖਤਮ ਕਰਕੇ, ਪਬਲਿਕ ਅਦਾਰੇ ਬੰਦ ਕਰਕੇ, ਪਹਿਲਾਂ ਬਿਜਲੀ ਬੋਰਡ ਦਾ ਦੇਖ ਲਓ ਕੀ ਹਾਲ ਹੈ, ਸਿੱਖਿਆ ਦਾ ਕੀ ਹਾਲ ਹੈ, ਸਿਹਤ ਸਹੂਲਤਾਂ ਦਾ ਕੀ ਠੀਕ ਹਾਲ ਹੈ, ਹੈ। ਸਾਰੇ ਪਾਸੇ ਝੁੱਗਾ ਚੌੜ ਆਪਾਂ ਕਹਿ ਸਕਦੇ ਝੁੱਗਾ ਹਾਂ। ਚੌੜ ਵਾਲੀ ਗੱਲ ਸੋ ਇਹ ਸਨ ਪੰਜਾਬ ਰੋਡਵੇਜ਼ ਦੇ ਆਗੂ। ਕੁਝ ਜਿਹੜੇ ਕੰਟਰੈਕਟ ਕਰਮਚਾਰੀ ਨੇ ਉਹਨਾਂ ਦੇ ਆਗੂ ਨੇ, ਇਹਨਾਂ ਨੇ ਸਪਸ਼ਟ ਕਿਹਾ ਕਿ ਉਹਨਾਂ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਪੱਕਾ ਮੋਰਚਾ ਲਾਉਣਾ ਜੇਕਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ। ਜਿੱਥੋਂ ਤੱਕ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਸਵਾਲ ਹੈ, ਉਹਨਾਂ ਦੇ ਹਲਕੇ ਵਿੱਚ ਵੀ ਜਾ ਕੇ ਇਹ ਅਲਖ ਜਗਾਉਣਗੇ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ 'ਤੇ ਕੀ ਅਸਰ ਪਏਗਾ। ਰਜੀਆ ਸੁਲਤਾਨਾ ਜਿਹੜੀ ਹੈ ਉਹ ਟਰਾਂਸਪੋਰਟ ਮੰਤਰੀ ਨੇ, ਉਹਨਾਂ ਦੇ ਹਲਕੇ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਜਿਹੜੇ ਰੋਸ ਵਿਖਾਵੇ ਕਰਨੇ ਆ, ਸਰਕਾਰ ਨੂੰ ਮਜਬੂਰ ਕਰਨਾ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਦੁਨੀਆ ਵਿੱਚ ਹਰ ਪਲ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਣਾ ਠੀਕ ਸਮਝਦੇ ਹਾਂ। ਅਸੀਂ ਚੋਣਾਂ ਸਮੇਂ ਅੱਖਾਂ ਬੰਦ ਕਰਕੇ ਲੀਡਰ ਚੁਣਦੇ ਹਾਂ। ਲੋਕ ਵਿਰੋਧੀ ਕਾਨੂੰਨ ਬਣ ਜਾਂਦੇ ਹਨ, ਪਰ ਅਸੀਂ ਬੇਖਬਰ ਹੁੰਦੇ ਹਾਂ। ਦੰਗੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਸਕੈਂਡਲ ਹੁੰਦੇ ਨੇ, ਲੋਕਤੰਤਰ ਵਿਲਕਣ ਲੱਗਦਾ ਏ। ਚਲੰਤ ਮੁੱਦਿਆਂ ਦੀ ਤਹਿ ਤੱਕ ਜਾਇਆ ਕਰਾਂਗੇ, ਸੁੱਤਿਆਂ ਨੂੰ ਜਗਾਇਆ ਕਰਾਂਗੇ, ਝੂਠਿਆਂ ਨੂੰ ਭਜਾਇਆ ਕਰਾਂਗੇ। ਵੇਖੋ ਸਾਡਾ ਖਾਸ ਪ੍ਰੋਗਰਾਮ ਚਰਚਾ ਗਲੀ ਗਲੀ ਹਰ ਬੁੱਧਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।